विदेश बैठे NRI हमेशा ही पंजाब ਅਤੇ ਪੰਜਾਬੀਅਤ ਲਈ ਵਧੀਆ ਉਪਰਾਲੇ ਕਰਦੇ ਰਹਿੰਦੇ ਆ। ਜੇਕਰ ਪੰਜਾਬ ਵਿੱਚ ਕਿਸੇ ਵੀ ਵਿਅਕਤੀ ਨੂੰ ਜ਼ਰੂਰਤ ਹੁੰਦੀ ਹੈ ਤਾਂ ਹਮੇਸ਼ਾ ਹੀ NRI ਵੱਲ ਹੀ ਵੇਖਦਾ ਹੈ। ਲੇਕਿਨ ਉਹੀ NRI ਅਗਰ ਪੰਜਾਬ ਵਿੱਚ ਪਹੁੰਚਦੇ ਹਨ ਜਾਂ ਜਦੋਂ ਉਹ ਵਿਦੇਸ਼ ਵਾਪਸ ਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ ਜੋ ਬ੍ਰਿਟਿਸ਼ ਪਾਸਪੋਰਟ ਵਾਲੇ ਇਸ ਵਿਅਕਤੀ ਨਾਲ ਕੀਤਾ ਜਾ ਰਿਹਾ ਹੈ। ਬੀਤੀ 10 ਤਰੀਕ ਨੂੰ ਉਹਨਾਂ ਵੱਲੋਂ ਅਤੇ ਉਹਨਾਂ ਦੀ ਪਤਨੀ ਅਤੇ ਉਸਦੇ ਬੱਚੇ ਵਿਦੇਸ਼ ਵਾਪਸ ਜਾਣ ਦੀ ਤਿਆਰੀ ਵਿੱਚ ਸਨ, ਲੇਕਿਨ ਅੰਮ੍ਰਿਤਸਰ ਦੇ 에ਅਰਪੋਰਟ ਉੱਤੇ 에ਅਰ ਇੰਡੀਆ ਦੇ ਕਰਮਚਾਰੀ ਵੱਲੋਂ ਉਹਨਾਂ ਨੂੰ ਵਿਦੇਸ਼ ਨਹੀਂ ਜਾਣ ਦਿੱਤਾ ਗਿਆ। ਜੇ ਗੱਲ ਕੀਤੀ ਜਾਵੇ ਤਾਂ ਪੀੜਿਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਕਰਕੇ ਬਾਹਰ ਜਾਣ ਨਹੀਂ ਦਿੱਤਾ ਕਿ ਉਸ ਕੋਲ ਵੀਜ਼ੇ ਦੇ ਪੂਰੇ ਦਸਤਾਵੇਜ਼ ਨਹੀਂ ਸਨ, ਲੇਕਿਨ ਵਿਦੇਸ਼ ਦੇ ਪੱਕੇ ਵਸਨੀਕ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ। ਦੂਸਰੇ ਪਾਸੇ ਉਹਨਾਂ ਵੱਲੋਂ ਪੁਲਿਸ ਨੂੰ ਕੰਪਲੇਂਟ ਵੀ ਦਿੱਤੀ ਗਈ ਹੈ, ਲੇਕਿਨ ਪੁਲਿਸ ਵੱਲੋਂ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਧਰਮ ਪਤਨੀ ਕੈਂਸਰ ਦੇ ਚੌਥੇ ਪੜਾਅ ਦੀ ਮਰੀਜ਼ ਹੈ, ਲੇਕਿਨ ਉਹਨਾਂ ਵੱਲੋਂ ਉਹਨਾਂ ਦੀ ਇੱਕ ਵਾਰੀ ਵੀ ਸਾਰ ਨਹੀਂ ਦਿੱਤੀ ਗਈ। ਤੇ ਹੋਰ ਕੀ ਕਿਹਾ ਉਹ ਤੁਸੀਂ ਆਪ ਸੁਣੋ। ਭਾਜੀ ਮੇਰਾ ਨਾਮ ਸੁਖਵਿੰਦਰ ਲਾਲ ਹੈ, ਮੈਂ UK ਰਹਿਣ ਵਾਲਾ ਹਾਂ, 46 Parnbury ਰੋਡ, ਲੰਡਨ UK। ਕੀ ਪ੍ਰੋਬਲਮ ਕੀ ਆ ਰਹੀ ਹੈ ਭਾਜੀ ਮੇਰੀ ਫਲਾਈਟ ਸੀ, ਮੈਂ ਤੇ ਮੇਰੀ ਵਾਈਫ ਆਏ ਸੀ ਇੰਡੀਆ ਨੂੰ ਫੈਮਿਲੀ ਵਿਜ਼ਿਟ ਤੇ ਵਾਈਫ ਦੀ ਟ੍ਰੀਟਮੈਂਟ ਕਰਾਉਣੀ ਸੀ। ਵਾਈਫ ਮੇਰੀ ਕੈਂਸਰ ਪੇਸ਼ੈਂਟ ਹੈਗੀ ਆ, 4 ਸਟੇਜ ਹੈ, ਔਰ ਅਸੀਂ ਇੰਡੀਆ ਆਏ ਸੀਗੇ ਟੈਸਟਿੰਗ ਵਾਸਤੇ ਆਏ ਸੀਗੇ ਕਰਨ ਵਾਸਤੇ, ਔਰ ਅਸੀਂ ਵਾਪਸ ਜਾਣਾ ਸੀਗਾ। 17 ਅਕਤੂਬਰ ਨੂੰ ਇੱਥੇ ਆਏ ਸੀਗੇ ਔਰ 10 ਨਵੰਬਰ ਨੂੰ ਵਾਪਸ ਜਾਣਾ ਸੀਗਾ। ਅਸੀਂ ਜਿਸ ਤਰ੍ਹਾਂ 에ਅਰਪੋਰਟ ਤੇ ਆਏ ਹੈਗੇ ਆ, ਅਸੀਂ ਅੰਦਰ ਐਂਟਰ ਕੀਤੀ 에ਅਰਪੋਰਟ ਦੇ ਅੰਦਰ, ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਲਦੀ ਆ ਜਾਓ ਤੇ ਫਲਾਈਟ ਕਲੋਜ਼ਿੰਗ ਹੋ ਜਾਏਗੀ, ਜਲਦੀ ਆ ਜਾਓ, ਤੁਸੀਂ ਲਾਸਟ ਪੇਸ਼ੈਂਟ ਦੇ ਰਹਿ ਗਏ। ਠੀਕ ਹੈ, ਕੋਈ ਗੱਲ ਨਹੀਂ। ਤੇ ਉਹਨਾਂ ਨੇ ਸਾਡਾ ਸਮਾਨ ਸਕੈਨ ਕੀਤਾ ਆ ਤੇ ਕੋਈ ਪ੍ਰੋਬਲਮ ਨਹੀਂ ਹੈ, ਸਾਰੇ ਪੇਪਰ ਸਾਰਾ ਕੁਝ ਚੈੱਕ ਕੀਤਾ, ਅੰਦਰ ਸਾਨੂੰ ਲੱਗੇਗਾ ਸਮਾਨ ਸਾਡਾ ਕੈਂਬੇ ਤੇ ਚਾੜ ਦਿੱਤਾ ਆ। ਤੇ ਬਾਅਦ 'ਚ ਮੈਨੂੰ ਕਹਿੰਦੇ ਆ ਕਿ ਪੇਪਰ ਦੇ ਆਪਣੇ ਵੈਕਸੀਨੇਸ਼ਨ ਸਰਟੀਫਿਕੇਟ ਕਿੱਥੇ ਤੁਹਾਡੇ ਫਸਟ ਸਾਰੇ ਫੋਨ ਚੁੱਕੀ। ਤੇ ਮੈਂ ਉਹਨੂੰ ਕਿਹਾ ਮੇਰੇ ਕੋਲ ਬਸ ਹੈਗਾ ਆ, ਲੇਕਿਨ ਮੇਰੇ ਕੋਲ ਕੋਵਿਡ ਪਤਾ ਹੈਗਾ, ਮੇਰੇ ਕੋਲ ਇੱਕ PDF ਹੈਗੀ ਵਾਈਫ ਦੀ ਬਣਾਇਆ ਹੋਇਆ, ਲੇਕਿਨ ਮੇਰੇ ਕੋਲ ਦੂਜਾ ਮੈਂ ਉੱਥੇ ਜਾ ਕੇ ਡਾਊਨਲੋਡ ਕਰ ਲਾਂਗਾ 에ਅਰਪੋਰਟ ਜੇ ਬੈਨ ਕਰਾਂਗਾ, ਕਿਉਂਕਿ ਮੇਰਾ ਇੱਕ ਨੰਬਰ ਨਹੀਂ ਚੱਲ ਰਿਹਾ, ਉਹ OTP ਆਏਗੀ, ਉਹ ਤਾਂ ਮੇਰਾ ਐਪ ਔਨ ਹੋਏਗਾ। ਇੱਥੇ ਉਹ ਚੱਲ ਨਹੀਂ ਰਹੇਗਾ, ਲੇਕਿਨ ਮੇਰੇ ਕੋਲ PDF ਹੈਗੀ ਆ। ਲੇਕਿਨ ਉਹ ਕਹਿੰਦੇ ਨਹੀਂ ਤੁਹਾਨੂੰ ਪੇ ਕਰਨਾ ਪਏਗਾ, ਜੇ ਨਹੀਂ ਇਹਦਾ ਮਤਲਬ ਵੈਕਸੀਨ ਨਹੀਂ ਲੱਗੀ ਸਾਡੇ ਹਿਸਾਬ। ਮੈਂ ਕਿਹਾ ਜਾਂ ਤੁਸੀਂ ਪੇ ਕਰ ਦਿਓ। ਮੈਂ ਕਿਹਾ ਕਿੰਨੋ ਪ੍ਰੋਬਲਮ, ਮੈਂ ਕਿਹਾ ਅਸੀਂ ਪੇ ਕਰ ਦਿੰਦੇ ਹਾਂ। ਤੇ ਉਹਨਾਂ ਨੇ ਮੈਨੂੰ ਕਹਿ ਕੇ ਪੇ ਕਰਾਇਆ। ਉਸ ਵੇਲੇ ਕਹਿੰਦੇ ਜਲਦੀ ਕਰੋ, ਮੇਰੇ ਕੋਲ ਇੰਟਰਨੈਟ ਕਨੈਕਸ਼ਨ ਹੈ ਨਹੀਂ ਸੀਗਾ, ਤੇ ਮੈਨੂੰ ਕਾਊਂਟਰ 'ਤੇ ਉਹਨਾਂ ਨੇ ਇੰਟਰਨੈਟ ਕਨੈਕਸ਼ਨ ਵੀ ਦਿੱਤਾ। ਫਿਰ ਉਹਨਾਂ ਨੇ ਮੇਰੇ ਕੋਲੋਂ ਪੇ ਕਰਾ ਦਿੱਤੇ ਹੈਗੇ ਆ। ਉਹ ਪੇ ਕਰਾ ਕੇ ਉਹਨਾਂ ਨੇ ਮੈਨੂੰ ਕਿਹਾ ਭਈ 136 ਪਾਉਂਡ ਕਰੋ ਤੇ ਤੁਸੀਂ ਚਲੇ ਜਾਓ। ਐਸਾ ਕਿੰਨਾ ਪ੍ਰੋਬਲਮ। ਤੇ ਮੇਰਾ ਸਮਾਨ ਜਲਦੀ ਉਹਨਾਂ ਨੇ ਚਾੜ ਦਿੱਤਾ ਸਾਰਾ ਕੁਛ, ਤੇ ਚਾੜ ਕੇ ਸਮਾਨ ਪੂਰਾ ਮੇਰਾ ਕਨਵੇਅਰ ਦੇ ਉੱਪਰ ਵੇਟ ਕਰਾ ਦਿੱਤਾ ਮੇਰਾ ਪੂਰਾ ਟੋਟਲ। ਤੋਂ ਜਿਸ ਟਾਈਮ 'ਤੇ ਵੇਟ ਹੋਇਆ ਹੈਗਾ ਆ, ਤੇ ਉਹ ਮੈਨੂੰ ਮੈਂ ਨਾਲ ਹੀ ਪੇ ਕਰ ਦਿੱਤਾ ਉਹਨਾਂ ਨੂੰ ਆਲਰੇਡੀ। ਤੇ ਉਹਨਾਂ ਨੂੰ ਮੈਂ ਕਿਹਾ ਉਹ ਉੱਥੇ ਰਿੱਕੀ ਨਾਮ ਹੈ ਡਿਊਟੀ ਇੰਚਾਰਜ ਸੀਗਾ, ਉਹ ਰਵਨੀਤ ਸਿੰਘ ਰਿੱਕੀ ਕਹਿੰਦੇ ਉਹਨੂੰ, ਉਹ ਆਇਆ ਉੱਥੇ ਤੇ ਉਹ ਕਹਿੰਦਾ ਜਲਦੀ ਕਰ ਦਿਓ ਇਹਨਾਂ ਦਾ ਸਮਾਨ, ਤੇ ਲਾਸਟ ਪੈਸੇਂਜਰ ਨਹੀਂ ਹੈ। ਤੇ ਜੋ ਫਿਰ ਉਹ ਮੈਡਮ ਹੈ ਉਹ ਕਹਿੰਦੀ ਨੇ ਇੱਕ ਪੇਪਰ ਕੰਪਲੀਟ ਕਹਿੰਦਾ ਪੇ ਕਰ ਦਿਓ ਜਲਦੀ। ਤੇ ਉਸੇ ਵੇਲੇ ਮੈਂ ਪੇ ਕੀਤਾ, ਤੇ ਉਹ ਕਹਿੰਦਾ 1 ਮਿੰਟ ਹੋਲਡ ਕਰ ਲਓ, ਹਜੇ ਨਾ ਕਰਿਓ ਲੋਡ, ਇਹਨਾਂ ਨੂੰ ਪੇ ਕਰ ਲੈਣ ਦਿਓ। ਤਾਂ ਮੈਂ ਉਸੇ ਵੇਲੇ ਪੇ ਕਰ ਦਿੱਤਾ 2 ਮਿੰਟ ਦੇ ਵਿੱਚ। ਤੇ ਮੈਂ ਕਿਹਾ ਲਓ ਪੇ ਕਰ ਦਿਓ। ਤੇ ਮੁੰਡਾ ਕਹਿੰਦਾ ਓਕੇ ਭਾਜੀ ਥੈਂਕ ਯੂ, ਪੇ ਹੋ ਗਏ ਆ, ਲੇਕਿਨ ਇੱਕ ਵਾਰੀ 21 ਸਾਹਿਬ ਨੂੰ ਮਿਲ ਲਓ, ਉਹ ਉਹਨਾਂ ਨੂੰ ਦਿਖਾ ਦਿਓ ਇੱਕ ਵਾਰੀ, ਫਿਰ ਮੈਂ ਤੁਹਾਨੂੰ ਅੱਗੇ ਬੋਰਡਿੰਗ ਕਰਾ ਦੇਣਾ ਤੁਹਾਡੀ। ਮੈਂ ਕਿਹਾ ਓਕੇ ਨੋ ਪ੍ਰੋਬਲਮ। ਸੋ ਮੈਂ ਰਿੱਕੀ ਨੂੰ ਲੱਭ ਰਿਹਾ, ਮੈਂ ਕਿੱਥੇ ਗਿਆ ਨਾ, ਮੈਂ ਬਾਹਰ ਦੇਖਿਆ, ਫਿਰ ਮੈਂ ਕਿਹਾ ਨਹੀਂ, ਕਹਿੰਦੇ ਆਫਿਸ ਹੋਏਗਾ। ਮੈਂ ਕਿਹਾ ਆਫਿਸ ਕਿੱਥੇ ਹੈ? ਉਹਨਾਂ ਨੇ ਇੱਕ ਕਾਊਂਟਰ ਤੋਂ ਆਪਣੇ ਬੰਦੇ ਨੂੰ ਮੇਰੇ ਨਾਲ ਭੇਜਿਆ, ਕਾਊਂਟਰ ਦੇ ਆਫਿਸ ਦੇ ਵਿੱਚ ਭੇਜਿਆ, ਤੇ ਆਫਿਸ ਮੈਨੂੰ ਦੇਖ ਕੇ ਲੈ ਕੇ ਗਿਆ, ਪਿੱਛੇ ਕਾਊਂਟਰ ਦੇ ਆਫਿਸ ਸੀਗਾ। ਤੇ ਜਿਸ ਟਾਈਮ 'ਤੇ ਉੱਥੇ ਪਹੁੰਚਿਆ ਮੈਂ, ਉਸ ਟਾਈਮ ਦੇ ਉੱਪਰ ਉੱਥੇ ਉਹ ਨਹੀਂ ਸੀਗਾ ਰਿੱਕੀ, ਤੇ ਉਹ ਰਿੱਕੀ ਨਹੀਂ ਸੀਗਾ, ਬਾਕੀ ਸਟਾਫ ਸੀਗਾ। ਮੈਂ ਕਿਹਾ ਭਾਜੀ ਵੀ ਇੱਦਾਂ ਦਾ ਗੱਲ ਹੈ, ਮੈਂ ਲੱਭ ਰਿਹਾ ਵੀ ਮੈਨੂੰ ਬੋਰਡਿੰਗ ਕਰਾਓ ਮੇਰੀ ਜਲਦੀ। ਉਹ ਕਹਿੰਦੇ ਵੀ ਉਹਨਾਂ ਨੂੰ ਦਿਖਾ ਦਿਓ ਇੱਕ ਵਾਰੀ, ਰਿੱਕੀ ਸਰ ਕਹਿੰਦੇ ਤਾਂ ਅਸੀਂ ਬੋਰਡਿੰਗ ਕਰਨੀ ਹੈਗੀ ਆ, ਅਦਰਵਾਈਜ਼ ਬੋਰਡਿੰਗ ਨਹੀਂ ਕਰਨੀ ਹੈਗੀ। ਵੀ ਉਹਨਾਂ ਨੂੰ ਦਿਖਾ ਦਿਓ ਇੱਕ ਵਾਰੀ, ਉਹਨਾਂ ਨੇ ਕਿਹਾ ਸੀਗਾ ਤੁਹਾਨੂੰ ਵੀ ਉਹਨੂੰ ਕਹਿ ਦਿਓ ਕਿ ਪੇ ਹੋ ਗਿਆ ਪਿਆ, ਦੇਖ ਲਓ ਤੁਸੀਂ। ਕਹਿੰਦੇ ਜੀ ਉਹ ਰਿੱਕੀ ਡੀਲ ਕਰੇਗਾ, ਅਸੀਂ ਨਹੀਂ ਕਰ ਸਕਦੇ। ਮੈਂ ਕਿਹਾ ਵੀ ਉਹਨੂੰ ਬੁਲਾ ਲਓ ਜਲਦੀ, ਤੇ ਫਿਰ ਮੈਨੂੰ ਬਾਅਦ 'ਚ ਨਾ ਕੀ ਉਹਨੂੰ ਤੁਸੀਂ ਨਾਲੇ ਕਹਿੰਦੇ ਲਾਸਟ ਪੈਸੇਂਜਰ ਰਹਿ ਗਿਆ। ਤੇ ਉਹ ਕਹਿੰਦੇ ਠੀਕ ਆ ਕੋਈ ਗੱਲ ਨਹੀਂ, ਤੁਸੀਂ ਬਾਹਰ ਜਾਓ, ਕਾਊਂਟਰ ਦੇ ਬਾਹਰ ਹੀ ਘੁੰਮਦਾ ਹੋਏਗਾ, ਬਾਹਰ ਦੇਖ ਲਓ ਕਿਤੇ। ਬਾਹਰ ਵੇਖਿਆ ਨਹੀਂ ਮਿਲਿਆ, ਫਿਰ ਮੈਂ ਕਾਊਂਟਰ 'ਤੇ ਬੰਦਾ ਵੇਟ ਕਰ ਰਿਹਾ, ਕਹਿੰਦਾ ਭਾਜੀ ਅਸੀਂ ਵੇਟ ਕਰ ਰਹੇ ਹਾਂ ਉਹਦੀ। ਮੈਂ ਕਿਹਾ ਯਾਰ ਤੁਸੀਂ ਉਹਨੂੰ ਫੋਨ ਕਰ ਲਓ, ਤੇ ਉਹਨੂੰ ਫੋਨ ਕਰ ਲਓ। ਕਹਿੰਦੇ ਠੀਕ ਹੈ, ਕਹਿੰਦੇ ਭਾਜੀ ਬਾਹਰ ਹੈ, ਜਾਂ ਉੱਧਰ ਬਾਹਰ ਨਾ ਗਿਆ ਹੋਵੇ, ਫਲਾਈਟ ਲੈਂਡ ਹੋਣ ਵਾਲੀ ਹੈ, ਕਿ ਉਹਨਾਂ ਨੇ ਉੱਧਰ ਜਾਣਾ ਸੀਗਾ, ਉੱਧਰ ਨਾ ਗਿਆ ਹੋਵੇ ਕਿਤੇ। ਮੈਂ ਕਿਹਾ ਉਹਨੂੰ ਪੁੱਛ ਲਓ, ਫੋਨ ਕਰ ਲਓ ਨਾ ਵੀ ਉਹਨਾਂ ਦਾ ਪੇ ਹੋ ਗਿਆ, ਦੱਸ ਦਿਓ ਉਹਨੂੰ। ਤੇ ਉਸ ਆਦਮੀ ਨੇ ਮੇਰਾ ਕਹਿਣਾ ਮੰਨ ਕੇ ਪੇ ਕੀਤਾ, ਉਹਨੇ ਕਹਿ ਦਿੱਤਾ, ਉਹਨੂੰ ਫੋਨ ਕੀਤਾ, ਕਹਿੰਦਾ ਵੀ ਕਿਧਰ ਪੇ ਹੋ ਗਿਆ, ਇਹਨਾਂ ਦੀ ਬੋਰਡਿੰਗ ਕਰਾ ਦਈਏ। ਕਹਿੰਦਾ ਨਹੀਂ, ਉਹਨਾਂ ਨੂੰ ਕਹਿ ਦਿਓ ਕਿ ਆਫਲੋਡ ਕਰ ਦਿਓ ਕਿ ਫਲਾਈਟ ਕਲੋਜ਼ ਹੋ ਗਈ ਹੈ। ਤੇ ਮੈਨੂੰ ਵਾਪਸ ਕਰਨ ਨੇ ਉੱਥੋਂ ਵਾਪਸ ਭੇਜ ਦਿੱਤਾ। ਸਰ ਕਿੰਨੇ ਤਰੀਕ ਦੀ ਇਹ ਘਟਨਾ ਹੈ ਔਰ ਕਿੰਨੇ ਮੈਂਬਰ ਸੀਗੇ ਤੁਹਾਡੇ? ਅਸੀਂ 10 ਤਰੀਕ ਦੀ ਘਟਨਾ ਹੈਗੀ ਹੈ, 10 ਨਵੰਬਰ ਦੀ, ਔਰ ਮੈਂ, ਮੇਰੀ ਵਾਈਫ ਤੇ 2 ਬੱਚੇ ਸਨ ਛੋਟੇ, ਔਰ ਕੈਂਸਰ ਪੇਸ਼ੈਂਟ ਸੀਗੇ। ਤੇ ਉਸੇ ਟਾਈਮ 'ਤੇ ਅਸੀਂ 2 ਘੰਟੇ ਉਹਨਾਂ ਨਾਲ ਟਰਾਈ ਕੀਤੀ ਹੈ। ਫਿਰ ਮੈਨੂੰ ਉਹਨਾਂ ਨੇ ਸਟਾਫ ਨਾਲ ਗੱਲ ਕੀਤੀ ਹੈ, ਐਂਡ ਸਟਾਫ ਮੈਨੂੰ ਕਹਿੰਦਾ ਕਿ ਤੁਸੀਂ ਹਾਈਪਰ ਹੋ ਰਹੇ। ਮੈਂ ਕਿਹਾ ਹਾਈਪਰ ਨਹੀਂ ਹੋ ਰਿਹਾ ਹੈਗਾ, ਵੀ ਤੁਸੀਂ ਸਹੀ ਨਹੀਂ ਕਰ ਰਹੇ ਹੈਗੇ ਮੇਰੇ ਨਾਲ। ਮੇਰੀ ਵਾਈਫ ਪੇਸ਼ੈਂਟ, ਮੈਂ ਕਿਹਾ ਮੇਰੇ ਕੋਲ ਰਿਪੋਰਟਸ ਹੈਗੀਆਂ ਨੇ, ਮੇਰੀ ਅਪਾਇੰਟਮੈਂਟ ਡਾਕਟਰ ਦੀ ਉੱਥੇ, ਮੈਨੂੰ ਜਾਣਾ ਬਹੁਤ ਅਰਜੈਂਟ ਹੈ ਮੇਰੇ ਵਾਸਤੇ, ਔਰ ਤੁਸੀਂ ਮੈਨੂੰ ਇਸ ਤਰ੍ਹਾਂ ਕਰ ਰਹੇ ਹੋ। ਮੈਂ ਕਿਹਾ ਇੱਕ ਬੰਦੇ ਡਿਪੈਂਡ ਨਹੀਂ ਹੈ, ਤੁਸੀਂ ਸਾਰੇ ਕੁਰਸੀਆਂ 'ਤੇ ਬੈਠੇ ਹੋਏ ਆ, ਤੁਹਾਡਾ ਵੀ ਸੋਲੂਸ਼ਨ ਬਣਦਾ ਹੈ ਕਿ ਤੁਸੀਂ ਮੇਰੇ ਦੇਖੋ ਵੀ ਜਾਣ ਦਿਓ ਯਾਰ। ਉਹ ਬੰਦਾ ਮੇਰੀ ਵੇਟ ਕਰ ਰਿਹਾ ਹੈ ਬੋਰਡਿੰਗ ਕਰਾਉਣ ਲਈ। ਅੱਛਾ, ਰੀਜ਼ਨ ਕੀ ਦੱਸਿਆ ਗਿਆ ਜਦੋਂ ਤੁਸੀਂ ਰੀਜ਼ਨ ਪੁੱਛਿਆ ਜਾਂ ਰੀਜ਼ਨ ਕੀ ਦੱਸਿਆ ਗਿਆ? ਜਿਸ ਦਿਨ ਮੈਂ ਆਇਆ ਹੈਗਾ, ਉਹ ਕਹਿੰਦੇ ਕਿ ਤੁਸੀਂ
ਮੈਨੂੰ ਉਹਨੇ ਕੁਝ ਨਹੀਂ ਕਿਹਾ ਮੈਨੂੰ ਪਹਿਲੇ, ਬਾਅਦ 'ਚ ਮੈਨੂੰ ਬਾਹਰ ਭੇਜਤਾ ਕਿ ਤੁਸੀਂ ਜਾਓ, ਅਸੀਂ ਕੁਝ ਨਹੀਂ ਕਰ ਸਕਦੇ ਹੈਗੇ। ਮੇਰਾ ਸਮਾਨ ਆਫਲੋਡ ਕਰ ਲਿਆ ਮੈਂ, ਤੇ ਵਾਪਸ ਆਇਆ ਤੇ ਮੈਨੂੰ ਉਹਨਾਂ ਨੇ ਕਹਿੰਦੇ ਵੀ ਤੁਸੀਂ ਜਾਓ। ਫਿਰ ਮੈਂ ਕਿਹਾ ਵੀ ਉਹਨੂੰ ਟਿਕਟ ਦਾ ਰੀਸ਼ਡਿਊਲ ਕਰ ਦਿਓ, ਨਹੀਂ ਤਾਂ ਫਿਰ ਨਹੀਂ ਕਰ ਸਕਦਾ, ਕੱਲ੍ਹ ਦੀ ਮੈਨੂੰ ਦੇ ਦਿਓ ਫਲਾਈਟ ਹੈਪਨਸ। ਉਹ ਕਹਿੰਦੇ ਕਿ ਠੀਕ ਹੈ, ਉਹ ਕਿਹਾ ਮੈਡਮ ਤੁਹਾਡੇ ਕਰ ਦੇਣਗੇ। ਉੱਥੇ ਮੈਡਮ ਕੋਲ ਗਿਆ, ਬੈਠਾ 15 ਮਿੰਟ ਬੈਠਾ ਰਿਹਾ, ਮੈਡਮ ਹੋਰ ਕੰਮ ਗੱਲਾਂ ਕਰਦੀ ਰਹੀ। ਮੈਂ ਕਿਹਾ ਮੈਡਮ ਮੈਨੂੰ ਪਲੀਜ਼ ਕਰ ਦਿਓ ਪਹਿਲਾਂ ਮੇਰਾ, ਵੀ ਮੈਂ ਜਾਣਾ, ਮੇਰੀ ਵਾਈਫ ਠੀਕ ਨਹੀਂ ਹੈ। ਉਹ ਇਹ ਦੇਖ ਕੇ ਉਹ ਘਬਰਾ ਗਈ ਹੈ ਥੋੜ੍ਹਾ, ਉਹ ਠੀਕ ਨਹੀਂ ਹੈ ਕਿ ਤਬੀਅਤ ਖਰਾਬ ਹੋ ਰਹੀ ਹੈ ਉਹਦੀ ਜ਼ਿਆਦਾ, ਵੀ ਪਲੀਜ਼ ਕਰ ਦਿਓ। ਮੈਡਮ ਨੇ ਚੈੱਕ ਕੀਤਾ, ਕਹਿੰਦੀ ਵੀ ਤੁਸੀਂ ਕੱਲ੍ਹ 9 ਵਜੇ ਆਇਓ, ਤੁਹਾਡਾ ਹੋ ਜਾਊਗਾ ਰੀਸ਼ਡਿਊਲ ਕਰ ਦਾਂਗੇ ਅਸੀਂ, ਕੱਲ੍ਹ ਦੀ ਕਰਾ ਦਾਂਗੇ ਫਲਾਈਟ, ਕੋਈ ਚੱਕਰ ਨਹੀਂ ਹੈ। ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਹੁਣ ਨੋ ਸ਼ੋ ਹੋ ਰਹੀ ਹੈ ਫਲਾਈਟ, ਕੱਲ੍ਹ ਹੋ ਗਏ ਕਾਊਂਟਰ ਖੁੱਲ੍ਹੇਗਾ, ਠੀਕ ਕਰਾ ਦਾਂਗੇ। ਹੁਣ ਮੈਂ ਚੈੱਕ ਕਰ ਰਹੀ ਹਾਂ, ਹੁਣ ਹੋ ਨਹੀਂ ਰਹੀ ਹੈਗੀ। ਅਗਰ ਓਕੇ ਨੋ ਪ੍ਰੋਬਲਮ। ਮੈਂ ਵਾਪਸ ਲੈ ਕੇ ਆਇਆ, ਬਾਹਰ ਅਸੀਂ ਗਏ ਹਾਂ, ਮੇਰੀ ਵਾਈਫ ਦੀ ਅਚਾਨਕ ਤਬੀਅਤ ਖਰਾਬ ਹੋ ਗਈ, ਉਹਦੀ ਬਲੀਡਿੰਗ ਬਹੁਤ ਜ਼ਿਆਦਾ ਹੋਣ ਲੱਗੀ ਉੱਥੇ ਹੀ ਏਅਰਪੋਰਟ ਦੇ ਉੱਪਰ। ਐਂਡ ਇਟ ਵਾਸ ਸਟ੍ਰੈਸਫੁਲ ਟੂ ਮੀ, ਹੈ ਨਾ, ਬਹੁਤ ਜ਼ਿਆਦਾ ਮੈਂ ਪਰੇਸ਼ਾਨ ਹੋ ਗਿਆ ਸੀਗਾ। ਅਤੇ ਜਦੋਂ ਮੈਂ ਬਾਹਰ ਆਉਣਾ ਸੀਗਾ, ਮੈਨੂੰ ਗੇਟ ਤੋਂ ਐਂਟਰੀ ਨਹੀਂ ਦਿੱਤੀ ਇਹਨਾਂ ਨੇ, ਬਾਹਰ ਆਊਟ ਐਗਜ਼ਿਟ ਨਹੀਂ ਕਰਨ ਦਿੰਦੇ ਸੀ। ਕਹਿੰਦੇ ਪਹਿਲਾਂ ਇੰਡੀਅਨ ਬੁਲਾਓ, ਰੀਜ਼ਨ ਦਿਓਗੇ ਕਿਉਂ ਤੁਸੀਂ ਬਾਹਰ ਜਾ ਰਹੇ ਆ, ਵਾਪਸ ਕਿਉਂ ਜਾ ਰਹੇ ਆ। ਅਤੇ ਉਹਨਾਂ ਨੇ ਮੇਰੇ ਕੋਲ ਉਹਨਾਂ ਨੇ ਕੀ ਕੀਤਾ, ਮੈਨੂੰ ਕਿਹਾ ਗਿਆ ਵੀ ਕਿ ਤੁਸੀਂ ਹੈ ਨਾ ਦਿਓ, ਅਤੇ ਇਹ ਜਿਹੜੀਆਂ ਸਟਾਰ ਰੂਮ ਬੁਲਾਇਆ। ਮੈਂ ਕਿਹਾ ਦੱਸੋ ਰੀਜ਼ਨ ਕੀ ਦੇ ਰਹੇ ਹੋ ਤੁਸੀਂ, ਹੈ ਨਾ। ਕਹਿੰਦੇ ਕਿ ਉਹਨਾਂ ਨੇ ਰੀਜ਼ਨ ਲਿਖ ਕੇ ਦਿੱਤਾ, ਉਹਦੇ ਉੱਪਰ ਵੀਜ਼ਾ ਡਾਕੂਮੈਂਟ ਇਨਕੰਪਲੀਟ, ਔਰ ਬਲਕਿ ਮੈਂ ਬ੍ਰਿਟਿਸ਼ ਪਾਸਪੋਰਟ ਹੋਲਡਰ ਹੈਗਾ ਆ, ਸਾਨੂੰ ਵੀਜ਼ੇ ਦੀ ਕੋਈ ਲੋੜ ਨਹੀਂ ਹੈਗੀ, ਜ਼ਰੂਰਤ ਨਹੀਂ ਹੈਗੀ। ਅਤੇ ਉਸੇ ਟਾਈਮ 'ਤੇ ਮੈਂ ਉਹਨਾਂ ਨੂੰ ਕਿਹਾ ਕਿ ਓਕੇ ਦੈਟਸ ਫਾਈਨ, ਜੇ ਤੁਸੀਂ ਵੈਲਿਡ ਰੀਜ਼ਨ ਹੈ ਮੈਨੂੰ ਇਹਦਾ ਪ੍ਰੂਫ ਚਾਹੀਦਾ ਆ। ਅਤੇ ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਆ, ਆ ਮੇਰੇ ਕੋਲ ਫੋਟੋ ਖਿੱਚੀ ਹੋਈ ਹੈ ਮੈਂ ਪ੍ਰੋਪਰ, ਇਹਦੇ ਉੱਪਰ ਵੀਜ਼ਾ ਇਨਕੰਪਲੀਟ ਲਿਖਿਆ ਹੋਇਆ ਇਹਨਾਂ ਨੇ, ਆ ਦੇਖੋ ਵੀਜ਼ਾ ਡਾਕੂਮੈਂਟ ਇਨਕੰਪਲੀਟ ਲਿਖੇ ਹੋਏ ਇਹਨਾਂ ਨੇ ਮੇਰੇ ਨਾ, ਆ ਕੋਈ ਨੇਮ ਲਿਖੇ ਸਾਰਿਆਂ ਦੇ ਮੇਰੇ। ਅਤੇ ਇਹਨਾਂ ਨੇ ਮੈਨੂੰ ਇਹ ਰੀਜ਼ਨ ਦੇ ਕੇ ਬਾਹਰ ਕੱਢ ਦਿੱਤਾ। ਤੇ ਉਸ ਤੋਂ ਬਾਅਦ ਪੁਲਿਸ ਥਾਣੇ ਆਇਆ, ਉਸ ਤੋਂ ਬਾਅਦ ਮੈਂ ਕੱਲ੍ਹ ਆਇਆ ਹੈਗਾ ਇੱਥੇ, ਕੱਲ੍ਹ ਮੈਂ ਬੁਲਾਇਆ, ਮੈਨੂੰ ਸਵੇਰੇ ਫਿਰ ਆਇਆ ਮੈਂ ਕੱਲ੍ਹ ਵਾਪਸ। ਅਤੇ ਮੈਂ ਗਿਆ, ਮੈਂ ਕਿਹਾ ਵੀ ਦੱਸੋ ਤੁਸੀਂ ਮੈਨੂੰ ਕਿਹਾ ਸੀਗਾ ਵੀ ਆਹ ਕਰ ਦਿਆਂਗੇ, ਦੱਸੋ ਕੀ ਕਰ ਰਹੇ ਆ। ਉਹ ਕਾਊਂਟਰ 'ਤੇ ਗਏ ਆ, ਕਾਊਂਟਰ 'ਤੇ ਮੇਰੀ ਕੋਈ ਵੀ ਗੱਲ ਨਹੀਂ ਸੁਣੀ ਕਿਸੇ ਨੇ ਵੀ, 2-3 ਘੰਟੇ ਕਹਿੰਦੇ ਨਹੀਂ ਜੀ ਰਾਈਟ ਸਟਾਫ ਆਏਗਾ ਉਹੀ ਕਰੇਗਾ, ਅਸੀਂ ਕੁਝ ਨਹੀਂ ਕਰ ਸਕਦੇ ਹੈਗੇ। ਮੈਂ ਕਿਹਾ ਤੁਸੀਂ ਕਮ ਸੇ ਕਮ ਇਹਦੇ ਕਾਊਂਟਰ 'ਤੇ ਬੈਠੇ, ਕੱਲ੍ਹ ਦੀ ਫਲਾਈਟ ਹੈਗੀ ਹੈ, ਮੈਨੂੰ ਫਿਰ ਕਰੋਨਾ ਟੈਸਟ ਕਰਾਉਣਾ ਪਏਗਾ, ਮੈਂ ਪਹਿਲਾਂ ਆਲਰੇਡੀ ਪੇ ਕਰਕੇ ਆਇਆ ਹਾਂ, ਉਹ ਦੁਬਾਰਾ ਮੈਨੂੰ ਫੇਕ ਪੇ ਕਰਨਾ ਪਏਗਾ। ਉਹ ਮੈਂ ਜੇ ਪੇ ਵੀ ਤਾਂ ਕਰਾਂਗਾ ਜੇ ਕਿ ਮੇਰਾ ਤੋਂ ਕਨਫਰਮ ਕਰੂੰਗੇ, ਮੈਨੂੰ ਪੈਸੇਂਜਰ ਲੋਕੇਟਰ ਫਾਰਮ ਫਿਰ ਰਿਪੀਟ ਕਰਨਾ ਪੈਣਾ ਹੈ, ਮੈਨੂੰ ਜਲਦੀ ਕਰੋ ਤੁਸੀਂ। ਇਹਨਾਂ ਨੇ ਮੈਨੂੰ ਕੋਈ ਵੀ ਕੁਛ ਵੀ ਹੱਥ ਪੱਲੇ ਨਹੀਂ ਪਾਇਆ, 3-4 ਘੰਟੇ ਖਰਾਬ ਕੀਤੇ ਇਹਨਾਂ ਨੇ ਮੇਰੇ। ਪ੍ਰਸ਼ਾਸਨ ਕਿਸ ਤਰ੍ਹਾਂ ਦਾ ਰੋਲ ਹੈ? ਫਿਰ ਮੈਂ ਪੁਲਿਸ ਸਟੇਸ਼ਨ 'ਤੇ ਆਇਆ ਹੈਗਾ ਆ, ਪੁਲਿਸ ਨੇ ਮੈਂ ਕੰਪਲੇਂਟ ਕੀਤੀ ਹੋਈ ਹੈ, ਔਰ ਇਹਨਾਂ ਨੇ ਮੇਰਾ ਅੱਜ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਹੈਗਾ। ਹੁਣ ਇਹਨਾਂ ਨੇ ਸਿਰਫ ਇਹੀ ਕਿਹਾ ਵੀ ਮੈਨੇਜਰ ਨਾਲ ਗੱਲ ਹੋ ਗਈ ਹੈ ਸਾਡੀ, ਤੁਸੀਂ ਜਾ ਕੇ ਮੈਨੇਜਰ ਨੂੰ ਮਿਲ ਲਓ। ਅਤੇ ਮੈਨੂੰ ਮੈਡਮ ਇੱਥੇ ਹੈਗੇ ਨੇ SHO, ਅਤੇ ਉਹਨਾਂ ਨੇ ਮੈਨੂੰ, ਅਤੇ ਮੁਨਸ਼ੀ ਸਾਹਿਬ ਹੈਗੇ ਨੇ ਰਣਬੀਰ ਸਿੰਘ ਨੇ, ਉਹਨਾਂ ਨੇ ਮੈਨੂੰ ਭੇਜਿਆ। ਦੇ ਵਰ ਵੈਰੀ ਹੈਲਪਫੁਲ, ਉਹਨਾਂ ਨੇ ਮੈਨੂੰ ਭੇਜਿਆ, ਉਹਨਾਂ ਨਾਲ ਗੱਲ ਕਰਕੇ ਭੇਜੀ ਹੈ, ਉਹ ਹੈਲਪ ਕੀਤੀ ਉਹਨਾਂ ਨੇ ਮੇਰੀ, ਕਹਿੰਦੇ ਜਾਓ ਉੱਥੇ। ਇੱਕ ਮਿੰਟ, ਇੱਥੇ 에ਅਰਪੋਰਟ ਦੇ ਅੰਦਰ ਹੀ ਆ ਭਾਜੀ ਮੈਨੇਜਰ ਹਨ, ਜਿਹਦੇ ਨਾਂ ਤੇ ਅਸੀਂ ਕੰਪਲੇਂਟ ਕੀਤੀ ਹੋਈ ਆ, ਉਹ ਵੀ ਬੰਦਾ ਅੰਦਰ ਹੀ ਆ। ਇਹਨਾਂ ਨੇ 2 ਵਾਰੀ ਭੇਜੇ ਆਪਣੇ ਥਾਣੇਦਾਰ SI ਸਾਹਿਬ, ਲੇਕਿਨ ਉਹ ਕਹਿੰਦੇ ਲੱਭੇ ਨਹੀਂ, ਡਿਊਟੀ ਤੋਂ ਆਫ ਆ। ਕੱਲ ਵੀ ਅਸੀਂ ਸਾਰੀ ਦਿਹਾੜੀ ਖਰਾਬ ਹੋ ਕੇ 8:30 ਵਜੇ ਰਾਤੀ ਅਸੀਂ ਇੱਥੋਂ ਗਏ। ਏਅਰ ਇੰਡੀਆ ਭਾਜੀ 161 ਸੀਗੀ। ਅਤੇ ਫਿਰ ਦੁਬਾਰਾ ਅੱਜ ਮੈਨੂੰ ਫਿਰ ਇਹਨਾਂ ਨੇ ਕਹਿੰਦੇ ਵੀ ਗੱਲ ਹੋ ਗਈ ਆ, ਤੁਹਾਡੇ ਨਾਲ ਉਹ ਕੰਪਰੋਮਾਈਜ਼ ਕਰ ਲੈਣਗੇ, ਤੁਸੀਂ ਜਾਓ ਤਾਂ ਹੀ ਟਿਕਟ ਕਰਾਉਣਗੇ। ਉਹਨਾਂ ਨਾਲ ਗੱਲ ਹੋ ਗਈ ਆ ਸਾਡੀ। ਉਹ ਮੈਂ ਮੈਨੇਜਰ ਦੇ ਕੋਲ ਫਿਰ ਗਿਆ ਆ, ਉਹ ਮੈਨੂੰ 2 ਘੰਟੇ ਇਹਨਾਂ ਨੇ ਬਾਹਰ ਖੜਾ ਰੱਖਿਆ, 1.5 ਘੰਟਾ ਹੁਣ, ਅਤੇ ਇਹਨਾਂ ਨੇ ਮੈਨੂੰ ਘੁਮਾਇਆ ਇੱਧਰ ਉੱਧਰ, ਉਹ ਬੰਦਾ ਲਾ ਕੇ ਲੱਭ ਰਿਹਾ ਉਹਨਾਂ ਨੂੰ ਅੰਦਰ ਜਾ ਕੇ, ਉਹ ਮੇਰੇ ਸਾਹਮਣੇ ਨਹੀਂ ਆ ਰਹੇ ਹੈਗੇ ਕੋਈ ਵੀ। ਤੇ ਹੁਣ ਤੁਸੀਂ ਇਹਦੀ ਨੈਕਸਟ ਕੀ ਕੰਪਲੇਂਟ ਕਰੋ? ਨੈਕਸਟ ਕੰਪਲੇਂਟ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਮੇਰੇ ਅੱਗੇ ਵਾਸਤੇ ਕੀ ਕਰ ਰਹੇ ਆ। ਮੈਂ ਗੋ ਥਰੂ ਅੱਗੇ ਜਾਣਾ ਚਾਹੁੰਦਾ ਹਾਂ, ਮੈਂ ਆਪਣੇ ਹਾਈ ਕਮਿਸ਼ਨਰ ਦੇ ਕੋਲ ਜਾਵਾਂਗਾ ਕਿ ਮੈਨੂੰ ਇਹਨਾਂ ਨੇ ਇਹ ਕੁਛ ਕੀਤਾ ਹੈਗਾ ਰਾਈਟ, ਔਰ ਮੈਨੂੰ ਇੱਥੋਂ ਇਨਸਾਫ ਚਾਹੀਦਾ। ਮੈਂ ਉੱਥੇ ਐਕਸ਼ਨ ਲੈਣਾ ਚਾਹੁੰਦਾ, ਉਹ ਬੰਦੇ ਨੂੰ ਮੈਨੂੰ ਹਰਾਸ ਕਰਨ ਦੇ ਬਜਾਏ ਵਿੱਚ ਮੇਰੇ ਜੋ ਵੀ ਹੈਗਾ ਇਹਨਾਂ ਦਾ ਐਕਸ਼ਨ ਬਣਦਾ ਆ, ਉਹ ਜੋ ਵੀ ਜਾਇਜ਼ ਬਣਦਾ ਕੀਤਾ ਜਾਵੇ। ਹੁਣ ਲਾ ਕੇ ਮੈਂ ਕਿਹਾ ਵੀ ਕਹਿੰਦੇ ਤੁਸੀਂ ਕਦੋਂ ਜਾਣਾ ਚਾਹੁੰਦੇ, ਮੈਂ ਕਿਹਾ ਮੈਨੂੰ ਕੱਲ੍ਹ ਭੇਜ ਦਿਓ, ਪਰਸੋਂ ਭੇਜ ਦਿਓ, ਅਤੇ ਜੋ ਵੀ ਹਸਪਤਾਲ ਹੈਗੀ ਮੈਨੂੰ ਭੇਜ ਦਿਓ ਨਾ। ਅਤੇ ਫਿਰ ਕੱਲ੍ਹ ਦੀ ਫਲਾਈਟ ਇੱਕ ਅਵੇਲੇਬਲ ਹੈਗੀ ਆ, ਉਹਦੇ ਵਿੱਚ 17 ਆਵਰ ਡਿਲੇ ਹੈਗੀ ਆ, ਉੱਥੇ ਵੇਟ ਕਰਨੀ ਪੈਗੀ ਬੰਬੇ। ਮੈਂ ਫਿਰ ਵੀ ਮਾਈਂਡ ਨਹੀਂ ਕਰਦਾ, ਓਕੇ ਨੋ ਪ੍ਰੋਬਲਮ, ਆਈ ਵਿਲ ਕੰਪਰੋਮਾਈਜ਼ ਇਟ। ਫਿਰ ਮੈਨੂੰ ਕਹਿੰਦੇ ਓਕੇ ਦੈਟਸ ਫਾਈਨ। ਹੁਣ ਉਹਨਾਂ ਨੇ ਮੇਰੇ ਕੋਲੋਂ ਮੰਗਿਆ 2,30,000 ਰੁਪਇਆ ਹੋਰ ਦਿੱਤਾ ਜਾਵੇ ਸਾਨੂੰ, ਤਾਂ ਅਸੀਂ ਤੁਹਾਨੂੰ ਅੱਗੇ ਫਲਾਈਟ ਦੇਵਾਂਗੇ। ਹੁਣ ਉਹ ਵਾਰ-ਵਾਰ ਕਹਿ ਰਹੇ ਨੇ ਕਿ ਤੁਸੀਂ ਲੇਟ ਆਏ ਸੀਗੇ, ਅਤੇ ਜੇ ਲੇਟ ਆਏ ਸੀਗਾ ਮੈਂ, ਅਤੇ ਮੇਰੇ ਕੋਲ ਉਹਨਾਂ ਨੇ ਪੇਮੈਂਟ ਕਿਉਂ ਕਰਾਈ ਪਹਿਲੇ ਉੱਥੇ ਖੜਾ ਕਰਕੇ, ਕਾਊਂਟਰ 'ਤੇ ਮੇਰਾ ਸਮਾਨ ਕਿਉਂ ਚਾੜਿਆ, ਜਲਦੀ ਸਕੈਨਿੰਗ ਕਿਉਂ ਕੀਤੀ ਉਹਨਾਂ ਨੇ, ਮੈਨੂੰ ਪਹਿਲਾਂ ਜਵਾਬ ਕਿਉਂ ਦਿੱਤਾ ਵੀ ਤੁਸੀਂ ਲੇਟ ਹੈਗੇ ਆ। ਹੁਣ ਮੈਨੂੰ ਵਾਰ-ਵਾਰ ਕਹਿ ਰਹੇ ਤੁਸੀਂ ਲੇਟ ਆਏ ਹੈਗੇ। 14,000 ਰੁਪਇਆ ਭਾਜੀ ਉੱਥੇ ਲੈ ਲਿਆ, ਹੁਣ ਡੇਲੀ ਅਪ ਡਾਊਨ ਦੇਖ ਲਓ ਕਿੱਦਾਂ, ਹੈ ਨਾ ਭਾਜੀ। ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ, ਦ ਪਬਲਿਕ ਟਾਈਮਸ।